Hello everyone, welcome you all in your own channel Learn Everything. सो ਆਪਾਂ ਕਰ ਰਹੇ ਸੀ ਲక్ష్ਮੀਕਾਂਤ ਦੀ ਬੁੱਕ ਫॉर द ਪੋਲਿਟੀ ਜੋ ਮੈਂ ਤੁਹਾਨੂੰ ਦੱਸਿਆ ਹਰ ਤਰ੍ਹਾਂ ਦੇ ਐਗਜ਼ਾਮ ਲਈ ਬਹੁਤ ਇੰਪੋਰਟੈਂਟ ਆ ਵੈਦਰ ਫਿਰ ਉਹ ਐਗਜ਼ਾਮ ਆਰਮੀ ਦਾ ਹੋਵੇ UPSC ਹੋਵੇ NDA ਹੋਵੇ KVS ਐਂਡ ਜਿਹਦੇ ਵਿੱਚ ਵੀ ਪੋਲਿਟੀ ਆਉਂਦੀ ਆਲ ਲੈਵਲ ਸਟੇਟ ਲੈਵਲ ਦੇ ਐਂਡ ਸੈਂਟਰ ਲੈਵਲ ਦੇ ਜਿੰਨੇ ਐਗਜ਼ਾਮ ਹੈਗੇ ਆ ਸੋ ਆਪਾਂ ਚੈਪਟਰ ਪਾਰਲੀਮੈਂਟ ਕਰਦੇ ਪਏ ਸੀ ਜਿਹਦੇ ਵਿੱਚ ਆਪਾਂ ਰਾਜ ਸਭਾ ਬਾਰੇ ਦੇਖਿਆ ਹੁਣ ਆਪਾਂ ਲੋਕ ਸਭਾ ਬਾਰੇ ਦੇਖਦੇ ਹਾਂ ਕਿ ਕੰਪੋਜੀਸ਼ਨ ਆਫ ਲੋਕ ਸਭਾ ਦੇ ਵਿੱਚ ਕਿੰਨੀਆਂ ਸੀਟਸ ਹੁੰਦੀਆਂ ਕਿੰਨੇ ਮੈਂਬਰ ਸਟੇਟਸ ਹੁੰਦੇ ਆ UT ਤੋਂ ਕਿੰਨੇ ਹੁੰਦੇ ਆ ਉਹ ਆਪਾਂ ਸਮਝਾਂਗੇ ਠੀਕ ਹੈ ਬਹੁਤ ਇੰਪੋਰਟੈਂਟ ਬੁੱਕ ਹੈਗੀ ਜੇ ਤੁਸੀਂ ਬੁੱਕ ਬਾਏ ਕਰਨੀ ਤਾਂ ਮੈਂ ਡਿਸਕ੍ਰਿਪਸ਼ਨ 'ਚ ਇਹਦਾ ਲਿੰਕ ਵੀ ਦੇ ਦੇਵਾਂਗੀ ਠੀਕ ਹੈ ਲక్ష్ਮੀਕਾਂਤ ਬੁੱਕ ਹੈਗੀ ਆ ਹਰ ਤਰ੍ਹਾਂ ਦੇ ਕੰਪੀਟੀਟਿਵ ਐਗਜ਼ਾਮ ਲਈ ਜਿੱਥੇ ਪੋਲਿਟੀ ਦਾ ਪੋਰਸ਼ਨ ਹੈਗਾ ਉਹਨੂੰ ਕਵਰ ਕਰਨ ਲਈ ਬਹੁਤ ਇੰਪੋਰਟੈਂਟ ਬੁੱਕ ਹੈਗੀ ਆ ਸੋ ਕੰਪੋਜੀਸ਼ਨ ਆਫ ਲੋਕ ਸਭਾ ਬਹੁਤ ਈਜ਼ੀ ਵੇ ਨਾਲ ਸਮਝਾਂਗੇ ਜਿਹੜੀ ਮੈਕਸਿਮਮ ਸਟਰੈਂਥ ਹੈਗੀ ਨਾ ਲੋਕ ਸਭਾ ਦੀ ਉਹ ਫਿਕਸ ਹੈਗੀ ਆ ਦੈਟ ਇਜ਼ 552 ਜਿਹਦੇ ਵਿੱਚੋਂ 530 ਮੈਂਬਰ ਜਿਹੜੇ ਹੈਗੇ ਆ ਉਹ ਹੈਗੇ ਆ ਟੂ ਬੀ ਦਾ ਰਿਪਰੈਜ਼ੈਂਟੇਟਿਵ ਆਫ ਸਟੇਟਸ ਤੋਂ ਹੋਣਗੇ ਅਤੇ 20 ਮੈਂਬਰ ਹੋਣਗੇ ਰਿਪਰੈਜ਼ੈਂਟੇਟਿਵ ਆਫ ਯੂਨੀਅਨ ਟੈਰੀਟਰੀ ਸੋ ਟੋਟਲ ਕਿੰਨੇ ਹੈਗੇ ਆ ਨਾ ਜੀ 552 ਜਿਹਦੇ ਵਿੱਚੋਂ 530 ਹੋਣਗੇ ਫਰੋਮ ਦਾ ਸਟੇਟ ਐਂਡ 20 ਮੈਂਬਰ ਜਿਹੜੇ ਆ ਉਹ ਹੋਣਗੇ UT ਤੋਂ ਯੂਨੀਅਨ ਟੈਰੀਟਰੀ ਕੇਂਦਰੀ ਸ਼ਾਸਿਤ ਪ੍ਰਦੇਸ਼ ਤੋਂ ਅਤੇ 2 ਮੈਂਬਰ ਜਿਹੜੇ ਹੋਣਗੇ ਦੇਖੋ 530 + 20 550 ਹੋ ਗਏ ਟੋਟਲ ਤਾਂ 552 ਹੈਗੇ ਨੇ 2 ਮੈਂਬਰ ਕਿੱਥੋਂ ਆਉਣਗੇ 2 ਮੈਂਬਰ ਜਿਹੜੇ ਉਹ ਨੋਮੀਨੇਟ ਹੋਣਗੇ ਬਾਏ ਦਾ ਪ੍ਰੈਜ਼ੀਡੈਂਟ ਫਰੋਮ ਐਂਗਲੋ ਇੰਡੀਅਨ ਕਮਿਊਨਿਟੀ ਤੋਂ 2 ਮੈਂਬਰ ਪ੍ਰੈਜ਼ੀਡੈਂਟ ਨੋਮੀਨੇਟ ਕਰੇਗਾ ਰਾਜ ਸਭਾ ਤੋਂ ਜ਼ਿਆਦਾ ਨਾ ਤੁਹਾਨੂੰ ਕਿੰਨੇ ਨੋਮੀਨੇਟ ਹੁੰਦੇ ਸੀ ਮੈਂਬਰ ਜਿਹੜੇ ਅਲੱਗ-ਅਲੱਗ ਫੀਲਡਸ 'ਚੋਂ ਹੁੰਦੇ ਸੀਗੇ ਦੈਟ ਇਜ਼ 12 ਮੈਂਬਰ ਹੁੰਦੇ ਸੀਗੇ ਬਟ ਲੋਕ ਸਭਾ ਦੇ ਵਿੱਚ ਪ੍ਰੈਜ਼ੀਡੈਂਟ ਕਿੰਨੇ ਨੋਮੀਨੇਟ ਕਰਦਾ ਸਿਰਫ 2 ਉਹ ਵੀ ਕਿੱਥੋਂ ਕਰਦਾ ਐਂਗਲੋ ਇੰਡੀਅਨ ਕਮਿਊਨਿਟੀ ਤੋਂ ਨਾਓ ਵਟ ਇਜ਼ ਦ ਐਂਗਲੋ ਇੰਡੀਅਨ ਕਮਿਊਨਿਟੀ ਦੇਖੋ ਆਜ਼ਾਦੀ ਤੋਂ ਬਾਅਦ ਕੁਛ ਜੋ ਅੰਗਰੇਜ਼ ਸੀ ਜੋ ਇੱਧਰ ਹੀ ਰਹਿ ਗਏ ਸੀਗੇ ਠੀਕ ਹੈ ਜਿਨ੍ਹਾਂ ਨੇ ਭਾਰਤ ਨੂੰ ਹੀ ਆਪਣਾ ਦੇਸ਼ ਮੰਨ ਲਿਆ ਠੀਕ ਹੈ ਉਹਨਾਂ ਨੂੰ ਆਪਾਂ ਐਂਗਲੋ ਇੰਡੀਅਨ ਕਮਿਊਨਿਟੀ ਜਾਂ ਫਿਰ ਜਿਨ੍ਹਾਂ ਨੇ ਇੰਡੀਅਨਸ ਨਾਲ ਮੈਰਿਜ ਕਰ ਲਈ ਸੀ ਹੁਣ ਉਹਨਾਂ ਦੇ ਗਾਂ ਬੱਚੇ ਉਹਨਾਂ ਨੂੰ ਵੀ ਅਸੀਂ ਭਾਰਤ ਇਹ ਮੰਨਦੇ ਹਾਂ ਠੀਕ ਹੈ ਉਹਨਾਂ ਨੂੰ ਅਸੀਂ ਐਂਗਲੋ ਇੰਡੀਅਨ ਕਮਿਊਨਿਟੀ ਕਹਿੰਦੇ ਹਾਂ ਠੀਕ ਹੈ ਉੱਦਾਂ ਉਹ ਅੰਗਰੇਜ਼ ਸੀ ਬਟ ਉਹ ਭਾਰਤ ਦੇ ਵਿੱਚ ਆਜ਼ਾਦੀ ਤੋਂ ਬਾਅਦ ਰਹਿ ਕੇ ਲੰਬੇ ਸਮੇਂ ਲਈ ਇੱਥੇ ਰਹੇ ਸੀ ਉਹਨਾਂ ਨੂੰ ਆਪਾਂ ਐਂਗਲੋ ਇੰਡੀਅਨ ਕਮਿਊਨਿਟੀ 'ਚ ਲੈਂਦੇ ਉਹਨਾਂ ਨੂੰ ਵੀ ਕੁਛ ਰਾਈਟਸ ਦਿੱਤੇ ਗਏ ਆ ਜਿਹਦੇ ਅਕੋਰਡਿੰਗ ਉਹਨਾਂ ਦੇ 2 ਮੈਂਬਰ ਜਿਹੜੇ ਆ ਉਹ ਅਸੀਂ ਲੋਕ ਸਭਾ ਦੇ ਵਿੱਚ ਨੋਮੀਨੇਟ ਕਰਦੇ ਹਾਂ ਉਹਨਾਂ ਦੀ ਪਾਪੂਲੇਸ਼ਨ ਦੇ ਆਧਾਰ 'ਤੇ ਠੀਕ ਹੈ ਸੋ ਜਿੰਨੀ ਪਾਪੂਲੇਸ਼ਨ ਉਹਦੇ ਆਧਾਰ 'ਤੇ ਅਸੀਂ ਸਿਰਫ 2 ਮੈਂਬਰ ਜਿਹੜੇ ਆ ਲੋਕ ਸਭਾ ਦੇ ਵਿੱਚ ਨੋਮੀਨੇਟ ਕੀਤੇ ਜਾਂਦੇ ਆ ਫਰੋਮ ਦਾ ਐਂਗਲੋ ਇੰਡੀਅਨ ਕਮਿਊਨਿਟੀ ਇੱਕ ਵਾਰ ਰਿਵਾਈਜ਼ ਕਰਦੇ ਹਾਂ ਟੋਟਲ ਸਟਰੈਂਥ ਕਿੰਨੀ ਆ 552 ਜਿਹਦੇ ਵਿੱਚੋਂ 530 ਕਿੱਥੇ ਹੈਗੇ ਨੇ ਸਟੇਟਸ ਦੇ ਵਿੱਚੋਂ ਠੀਕ ਹੈ ਅਤੇ 20 ਹੈਗੇ ਨੇ ਫਰੋਮ ਦਾ UT ਐਂਡ 2 ਹੈਗੇ ਨੇ ਫਰੋਮ ਐਂਗਲੋ ਇੰਡੀਅਨ ਕਮਿਊਨਿਟੀ ਸੋ ਹੋ ਗਏ ਨਾ ਟੋਟਲ 552 ਸੋ ਠੀਕ ਹੈ ਜੀ ਨੈਕਸਟ ਐਟ ਪ੍ਰੈਜ਼ੈਂਟ ਜੇ ਹੁਣ ਗੱਲ ਕਰੀਏ 552 ਮੈਂਬਰ ਹੈਗੇ ਨੇ ਜਦੋਂ 530 ਹੈਗੇ ਨੇ ਫਰੋਮ ਦਾ ਸਟੇਟ ਅਤੇ 13 ਜਿਹੜੇ ਹੈਗੇ ਨੇ ਦੈਟ ਇਜ਼ ਫਰੋਮ ਦਾ ਯੂਨੀਅਨ ਟੈਰੀਟਰੀ ਐਂਡ 2 ਐਂਗਲੋ ਇੰਡੀਅਨ ਕਮਿਊਨਿਟੀ ਤੋਂ ਜਿਹਨੂੰ ਕੌਣ ਨੋਮੀਨੇਟ ਕਰਦਾ ਪ੍ਰੈਜ਼ੀਡੈਂਟ ਹੀ ਨੋਮੀਨੇਟ ਕਰਦਾ ਆਈ ਹੋਪ ਤੁਹਾਨੂੰ ਇੰਨਾ ਕਲੀਅਰ ਹੋ ਗਿਆ ਹੋਵੇਗਾ ਕਿਉਂਕਿ ਜ਼ਿਆਦਾ ਔਖਾ ਨਹੀਂ ਹੈਗਾ ਬਹੁਤ ਜ਼ਿਆਦਾ ਈਜ਼ੀ ਸੀਗਾ ਇੱਥੇ ਤੱਕ ਨੈਕਸਟ ਹੈਗਾ ਰਿਪਰੈਜ਼ੈਂਟੇਸ਼ਨ ਆਫ ਸਟੇਟ ਹੁਣ ਸਟੇਟਸ ਦੀ ਗੱਲ ਕਰਦੇ ਹਾਂ ਦੀ ਰਿਪਰੈਜ਼ੈਂਟੇਟਿਵ ਆਫ ਸਟੇਟ ਇਨ ਲੋਕ ਸਭਾ ਡਾਇਰੈਕਟਲੀ ਇਲੈਕਟਿਡ ਬਾਈ ਪੀਪਲ ਦੇਖੋ ਜਿਹੜੇ ਰਾਜ ਸਭਾ ਦੇ ਵਿੱਚ ਜਦੋਂ ਆਪਾਂ ਇਲੈਕਸ਼ਨਸ ਦੀ ਗੱਲ ਕੀਤੀ ਸੀ ਉਹ ਇਨਡਾਇਰੈਕਟ ਸੀਗੇ ਹੈ ਨਾ ਆਪਾਂ ਨਹੀਂ ਵੋਟ ਕਰਦੇ ਸੀ ਉਹਨਾਂ ਨੂੰ ਇੱਥੇ ਡਾਇਰੈਕਟਲੀ ਇਹ ਜਿਹੜੇ ਲੋਕ ਸਭਾ ਦੇ ਮੈਂਬਰ ਹੈ ਇਹ ਅਸੀਂ ਲੋਕ ਹੀ ਵੋਟ ਕਰਦੇ ਹਾਂ ਡਾਇਰੈਕਟਲੀ ਇਲੈਕਟਡ ਹੁੰਦੇ ਬਾਈ ਦੀ ਪੀਪਲ ਫਰੋਮ ਦਾ ਟੈਰੀਟਰੀਅਲ ਕੌਂਸਟੀਟੂਐਂਸੀਜ਼ ਇਨ ਦੀ ਸਟੇਟ ਮਤਲਬ ਉਸ ਸਟੇਟ ਦੇ ਲੋਕ ਆਪ ਵੋਟ ਕਰਕੇ ਉੱਥੋਂ ਜਿਹੜੇ ਆ ਲੋਕਾਂ ਨੂੰ ਉਹਨਾਂ ਨੂੰ ਜੋ ਮੈਂਬਰਸ ਹੈਗੇ ਨੇ ਮੈਂਬਰ ਆਫ ਪਾਰਲੀਮੈਂਟ ਮਤਲਬ ਲਾਈਕ ਜਿਹੜੇ ਲੋਕ ਸਭਾ ਦੇ ਮੈਂਬਰ ਆ ਜਿਹੜੇ ਉਹਨਾਂ ਨੂੰ ਚੂਜ਼ ਕਰਦੇ ਆ ਠੀਕ ਹੈ ਸੋ ਲੋਕ ਸਭਾ ਦੇ ਮੈਂਬਰ ਜਿਹੜੇ ਆ ਉਹਨਾਂ ਨੂੰ ਉਹਨਾਂ ਦੇ ਇਲੈਕਸ਼ਨਸ ਕਿੱਦਾਂ ਹੁੰਦੇ ਡਾਇਰੈਕਟਲੀ ਇਲੈਕਟ ਹੁੰਦੇ ਬਾਈ ਦੀ ਪੀਪਲ ਲੋਕਾਂ ਦੁਆਰਾ ਚੁਣੇ ਜਾਂਦੇ ਜਿੱਦਾਂ ਅਸੀਂ ਹੀ ਵੋਟ ਕਰਦੇ ਹਾਂ ਉਹਨਾਂ ਨੂੰ ਅੱਗੇ ਠੀਕ ਹੈ ਅਤੇ ਅਸੀਂ ਹੀ ਚੂਜ਼ ਕਰਦੇ ਹਾਂ ਦ ਇਲੈਕਸ਼ਨ ਇਜ਼ ਬੇਸਡ ਔਨ ਦ ਪ੍ਰਿੰਸੀਪਲ ਆਫ ਯੂਨੀਵਰਸਲ ਅਡਲਟ ਫਰੈਂਚਾਈਜ਼ਿਜ਼ every Indian citizen who is above 18 year of age and who is not disqualified under the provision of constitution or any law is eligible to vote at such election ਕੋਈ ਵੀ ਬੰਦਾ ਯੂਨੀਵਰਸਲ ਆਇਡੈਂਟੀ ਫਰੈਂਚਾਈਜ਼ ਦੇ ਵਿੱਚ ਜਿਹੜੇ 18 ਸਾਲ ਤੋਂ ਉੱਪਰ ਹੈਗੇ ਜਿੰਨੇ ਵੀ ਜਿਨ੍ਹਾਂ ਦੇ ਵੋਟ ਬਣੀ ਹੋਈ ਆ ਉਹ ਜਿਹੜੇ ਆ ਉੱਥੇ ਵੋਟ ਕਰ ਸਕਦੇ ਆ ਸੋ ਕਿਹੜੇ ਵੋਟ ਕਰ ਸਕਦੇ ਆ ਜਿਹੜੇ 18 ਸਾਲ ਤੋਂ ਉੱਪਰ ਹੈਗੇ ਠੀਕ ਹੈ ਅਤੇ ਉਹ ਡਿਸਕੁਆਲੀਫਾਈ ਨਹੀਂ ਹੈਗੇ ਲਾਅ ਦੇ ਅਕੋਰਡਿੰਗ ਕਿਸੇ ਵੀ ਕੌਨਸਟੀਟਿਊਸ਼ਨਲ ਸੰਵਿਧਾਨ ਦੇ ਵਿੱਚ ਕਿਸੇ ਵੀ ਅਕੋਰਡਿੰਗ ਤੋਂ ਉਹਨਾਂ ਦੀ ਵੋਟ ਬਣੀ ਹੋਈ ਆ ਠੀਕ ਆ ਉਹ ਇਲੈਕਸ਼ਨ ਦੇ ਵਿੱਚ ਜਾ ਕੇ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰਕੇ ਵੋਟ ਕਰ ਸਕਦੇ ਅਤੇ ਆਪਣਾ ਜੋ ਆ ਜੋ ਅਧਿਕਾਰ ਆ ਉਹ ਲੈ ਸਕਦੇ ਵੋਟ ਦਾ ਅਤੇ ਜਾ ਕੇ ਵੋਟ ਕਰ ਸਕਦੇ ਆ ਦ ਵੋਟਿੰਗ ਏਜ
was reduced from 21 to 18। ये बहुत इंपॉर्टेंट आ। पहला जी एज होंगी सी ना ये 21 होंगी सी, हुण 18 साल कर दी गई। पहला होंदा सी सिर्फ 21 तो बाद तुसीं मतलब 21 ईयर दे हो, 21 साल दे हो, फिर वोट कर सकते हो। तो एक किहड़े एक्ट दौरान की गई पूछा जाता है, 61th कॉन्स्टिट्यूशनल अमेंडमेंट एक्ट। अमेंडमेंट जिद्दां कोई शोध कर देनी, ठीक है। सो अमेंडमेंट की गई अमेंडमेंट एक्ट 1988। ये पूछा जाता है कई बार कि जी एज रिड्यूस की गई है, 21 तो 18 जी एज की गई 18 की गई है, वो किस एक्ट के दौरान की गई? 61st कॉन्स्टिट्यूशनल अमेंडमेंट एक्ट 1988। सो ये आप की समझा, देखो एक तो आप ये समझा कि डायरैक्टली इलैक्ट होंगे बाय द पीपल फ्रॉम उस स्टेट तो, ठीक है। द इलैक्शन जोड़े किस बेस पे होंगे? यूनीवर्सल आइडेंटिटी फ्रेंचाइजिज, मतलब 18 साल तो उपर जोड़े भी है वो जोड़े वोट कर सकते हैं, ठीक है। बट ये पहला एज 21 होंगी सी, 21 तो 21 तो 18 एक इत्थों की गई 61th कॉन्स्टिट्यूशनल अमेंडमेंट एक्ट 1988 के दौरान। क्लीयर है। नैक्सट चलते हैं हम यूनीयन टैरेटरी जोड़े केंद्री शासित प्रदेश है उन्होंने तो किद्दां मतलब रिप्रजेंटेशन होंदी है उन्होंने, ठीक है। द कॉन्स्टिट्यूशनल हैज़ एम्पावर द पार्लीमेंट टू प्रिस्क्राइब द मैनर ऑफ चूजिंग द रिप्रजेंटेशन ऑफ यूनीयन टैरेटरी इन लोक सभा। ये जी सारी पावर दी गई ना साडे संविधान ने पार्लीमेंट को कह दिता कि तुसीं डिसाइड करो कि उत्थों किद्दां यूज़ करने हैं, ठीक है। ये सारे पावर किहनूं दी गई? पार्लीमेंट को। कई बार पूछा भी जाता, सो साडे संविधान ने पावर दी पार्लीमेंट को कि तुसीं चूज़ करो कि किद्दां जिहड़े रिप्रजेंटेशन होनी ऑफ यूनीयन टैरेटरी इन लोक सभा। अकॉर्डिंग टू पार्लीमेंट ने की कीता, एक यूनीयन टैरेटरी हैज़ इनैक्टेड द यूनीयन टैरेटरी एक्ट 1965 लिया, जिहदे दौरान जिहड़े मैंबर है ना लोक सभा के यूनीयन टैरेटरी तो वो भी किद्दां आउणगे? बाय डायरैक्ट इलैक्शन। उत्थे भी डायरैक्ट इलैक्शन ही होणगे। सो मतलब पार्लीमेंट को तो साडे संविधान ने पावर दे दी। पार्लीमेंट ने अगे एक एक्ट बनाया टैरेटरीज़ एक्ट 1965, जिहदे दौरान लोक सभा जिहड़े मैंबर आएंगे यूनीयन टैरेटरीज़ दे विच्चों वो भी डायरैक्ट इलैक्शन करवा के ही आएंगे। सो डायरैक्ट इलैक्शन होंगे टू दी हाउस ऑफ पीपल। हाउस ऑफ पीपल किहड़ा हुंदा? लोक सभा। सो क्लीयर हो गया ना। इहदे विच दस दिता गया इस एक्ट के दौरान कि उत्थे भी डायरैक्ट इलैक्शन ही होंगे। नैक्सट है जी नॉमीनेटेड मैंबर। नॉमीनेटेड मैंबर्स की गल करते हैं आप। द प्रेजिडेंट कैन नॉमीनेट 2 मैंबर फ्रॉम द एंग्लो इंडियन कम्यूनिटी, की 2 मैंबर वो करता है एंग्लो इंडियन कम्यूनिटी तो। इफ़ द कम्यूनिटी इज़ नॉट एडिक्वेटली रिप्रजेंटेड इन लोक सभा, ओरिजिनली दिस प्रोविजन वॉज ऑपरेटेड टिल 1960। पहला ये सिर्फ 1960 तक सीगा, बट कि उत्थों 2 असी जोड़े मैंबर है एंग्लो इंडियन कम्यूनिटी तो लैनी, बट हुण जिहड़ा ये एक्सटेंड करके 2020 तक कर दिता गया बाय द 95th अमेंडमेंट एक्ट 2009। ये कई बार पूछा जाता है ये जोड़ा डेट्स वधाइया गई किस एक्ट दौरान। ये कुछ अमेंडमेंट्स बहुत इंपॉर्टेंट होंदियां, सानू पता होनी चाहिए। सो 1960 तो 2020 तक ये जोड़ा एक्सटेंड की गई ये डेट, ये प्रोविजन जोड़ा आ एक्सटेंड किया गया। ये किस अमेंडमेंट के थ्रू किया गया? 95th अमेंडमेंट एक्ट 2009। 2 अमेंडमेंट आप दे लिए, एक आप देखिए इत्थे जो एज वाली 61th कॉन्स्टिट्यूशनल अमेंडमेंट एक्ट 1988, एक ये देखा, एक ये वाला देखिए, ठीक है। उस तो बाद है नैक्सट देखो ड्यूरेशन ऑफ लोक सभा। आप ड्यूरेशन देखते लाइक जिदा आप राज्य सभा लिए देखी सी उदे ये देखा कि लोक सभा की ड्यूरेशन हैगी आ किन्ने टाइम लिए होंगी है। अनलाइक राज्य सभा लोक सभा इज़ नॉट अ कॉन्टीन्यूइंग चैंबर। देखो ये कॉन्टीन्यूइंग चैंबर नहीं है। लाइक राज्य सभा तो परमानेंट हाउस सीगा ना, पढ़िया सी आपां, बट लोक सभा इदा नहीं है। ये नॉर्मल टर्म जी 5 ईयर ही आ, 5 साल फ्रॉम द डेट ऑफ इट्स फर्स्ट मीटिंग, पहली मीटिंग के दौरान आफ्टर द जनरल इलैक्शन, मतलब इलैक्शन होए उस तो बाद जी इन्हां दी फर्स्ट मीटिंग हुई उस तो बाद 5 साल तक, ठीक है। उस दिन तो काउंट शुरू करना, 5 साल तक ये टर्म हैगी नॉर्मल, ठीक है। उस तो बाद इन्हें ऑटोमैटिकली डिजोल्व हो जाना। बट अगे गल देखो एक, हाउ एवर द प्रेजिडेंट इज़ ऑथोराइज टू डिजोल्व द लोक सभा एट एनी टाइम even before the completion of 5 year and this cannot be challenged in the court of law। मतलब कि वो दस रहा कि जो प्रेजिडेंट है ना वो इनू कभी भी डिजोल्व कर सकता है ईवन बिफोर द कंप्लीशन ऑफ 5 ईयर। 5 साल तो पहला, 5 साल तो पहला भी इनू डिजोल्व किया जा सकता। कौन कर सकता? प्रेजिडेंट कर सकता। राज्य सभा डिजोल्व नहीं किया जा सकता सी ना, बट लोक सभा किया जा सकता है, ठीक है। तो इनू किसी भी कोर्ट ऑफ लॉ के चैलेंज नहीं किया जा सकता। फरदर होर देखो अगे द टर्म ऑफ लोक सभा कैन बी एक्सटेंडेड, इनू वधाया भी जा सकता ड्यूरिंग द पीरियड ऑफ नैशनल एमरजेंसी, ठीक है। जो भी नैशनल एमरजेंसी लगती है, ठीक है, उदों इनू वधाया भी जा सकता फॉर एनी लेंथ ऑफ टाइम, हाउ एवर 1 ईयर एट ए टाइम, ठीक है। एक कंटिन्यू रहेगा बाय ऑन द पीरियड ऑफ 6 मंथ आफ्टर द एमरजेंसी हैज़ यूज टू ऑपरेट। उस तो बाद 6 मंथ लिए भी रहेगा। सो इसका मतलब इनू एक्सटेंड भी किया जा सकता है, इनू उस तो पहला भी खत्म किया जा सकता है। कंटिन्यू चैंबर नहीं हैगा, बट जर्नल ये 5 ईयर लिए रहिंदा है। क्वेश्चनस करते हैं हुण
ਇਹ ਤੁਹਾਡੇ ਲਈ ਆ। ਐਜ਼ ਪਰ ਕੌਂਸਟੀਟਿਊਸ਼ਨ ਆਫ ਇੰਡੀਆ ਹਾਊ ਮੈਨੀ ਮੈਂਬਰ ਆਰ ਰਿਪਰੈਜ਼ੈਂਟੇਸ਼ਨ ਆਫ ਯੂਨੀਅਨ ਟੈਰੀਟਰੀ ਇਨ ਦਾ ਲੋਕ ਸਭਾ ਦੇ ਵਿੱਚ ਯੂਨੀਅਨ ਟੈਰੀਟਰੀਜ਼ ਦੇ ਵਿੱਚੋਂ ਕਿੰਨੇ ਮੈਂਬਰ ਆਉਂਦੇ ਆ 18 20 22 24 ਤੁਹਾਡੇ ਲਈ ਆ। ਕਮੈਂਟ ਬਾਕਸ 'ਚ ਮੈਨੂੰ ਆਨਸਰ ਜ਼ਰੂਰ ਕਰਿਆ ਕਰੋ ਯਾਰ, ਜੇ ਵੀਡੀਓਜ਼ ਦੇਖਦੇ ਆ ਤੁਸੀਂ ਤੁਹਾਨੂੰ ਸਮਝ ਆਉਂਦੀ ਹੈ ਰਿਪਲਾਈ ਜ਼ਰੂਰ ਕਰਿਆ ਕਰੋ, ਠੀਕ ਹੈ। ਦ ਮੈਕਸੀਮਮ ਸਟਰੈਂਥ ਆਫ ਲੋਕ ਸਭਾ as stipulated in the constitution of India, maximum कितनी strength हो सकती 500 525 550 या 552। next the next number of Anglo Indian कितने Anglo Indian ਜਿਹੜੇ ਆ can be nominated by president in ਲੋਕ ਸਭਾ ਦੇ ਵਿੱਚ president ਦੁਆਰਾ nominate ਕੀਤੇ ਜਾਂਦੇ ਆ। ਇਹਨਾਂ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸਣਾ ਹੈਗਾ, ਤੁਹਾਡਾ ਟੈਸਟ ਹੋ ਜਾਏਗਾ, ਠੀਕ ਹੈ ਨਾ। ਨੈਕਸਟ ਦਾ ਮੈਕਸੀਮਮ ਏਜ ਲੇਡ ਡਾਊਨ ਫॉर ਦਾ ਕੈਂਡੀਡੇਟ ਸੀਕ ਇਲੈਕਸ਼ਨ ਟੂ ਬੀ ਲੋਕ ਸਭਾ ਦੇ ਇਲੈਕਸ਼ਨ ਦੇ ਲਈ ਇੱਕ ਜਿਹੜਾ ਕੈਂਡੀਡੇਟ ਉਹਦੀ ਮੈਕਸੀਮਮ ਜਿਹੜੀ ਮਿਨੀਮਮ ਏਜ ਉਹ ਕਿੰਨੀ ਹੋਣੀ ਚਾਹੀਦੀ ਹੈ 18 ਈਅਰ 21 25। ਦੇਖੋ ਕਿੰਨੇ ਸਾਰੇ ਪੇਪਰਾਂ 'ਚ ਆਉਂਦਾ SSC BPSC RRB ਬਹੁਤ ਸਾਰੇ ਪੇਪਰਾਂ 'ਚ ਕੁਐਸਚਨ ਆਉਂਦੇ ਆ। ਟੋਟਲ ਨੰਬਰ ਆਫ ਲੋਕ ਸਭਾ ਸੀਟਸ ਕਿੰਨੀਆਂ ਹੈਗੀਆਂ ਇਹ ਤੁਸੀਂ ਮੈਨੂੰ ਦੱਸਣਾ ਕਮੈਂਟ ਬਾਕਸ ਦੇ ਵਿੱਚ। ਨੈਕਸਟ ਦੀ ਐਲੋਕੇਸ਼ਨ ਆਫ ਸੀਟ in the present Lok Sabha is based on which one of the following census। अच्छा सेंसिस ने ਜਿਹੜੀਆਂ ਜਨਗਣਨਾ ਕੀਤੀ ਨੇ 10 ਸਾਲਾਂ ਬਾਅਦ ਇਹ ਕਿਸ ਦੇ ਆਧਾਰ ਤੇ ਜਿਹੜੀ ਐਲੋਕੇਸ਼ਨ ਦੀਆਂ ਸੀਟਸ ਦੀ ਐਲੋਕੇਸ਼ਨ ਹੋਈ ਹੈ ਨਾ ਲੋਕ ਸਭਾ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦੀ ਹਾਂ 1971 ਦੀ ਜੋ ਪਾਪੂਲੇਸ਼ਨ ਆ ਉਹਦੇ ਆਧਾਰ ਤੇ ਜਿਹੜੇ ਅੱਗੇ ਇਹ ਐਲੋਕੇਸ਼ਨ ਸੀਟਸ ਦੀ ਪੂਰੀ ਕੀਤੀ ਗਈ ਕਿੰਨੀਆਂ ਸੀਟਸ ਹੋਣੀਆਂ ਇਹ ਕਿਹੜੀ ਸੈਂਸਿਸ ਦੇ ਆਧਾਰ ਤੇ ਕੀਤੀ ਕਿਸ ਜਨਗਣਨਾ ਦੇ ਆਧਾਰ ਤੇ 1971 ਚ ਜਿਹੜੀ ਹੋਈ ਸੀ ਉਹਦੇ ਆਧਾਰ ਤੇ। ਦ ਟਰਮ ਲੋਕ ਸਭਾ ਕੀ ਇਹਨੂੰ ਐਕਸਟੈਂਡ ਕੀਤਾ ਜਾ ਸਕਦਾ कैन नॉट कि ਇਹਨੂੰ ਐਕਸਟੈਂਡ ਨਹੀਂ ਕੀਤਾ ਜਾ ਸਕਦਾ ਵਧਾਇਆ ਨਹੀਂ ਜਾ ਸਕਦਾ ਜਾਂ ਐਕਸਟੈਂਡ ਕੀਤਾ ਜਾਂਦਾ ਬਾਈ 6 ਮੰਥ ਐਟ ਅ ਟਾਈਮ ਜਾਂ ਕੈਨ ਬੀ ਐਕਸਟੈਂਡ ਟੂ ਬਾਈ ਵਨਸ ਈਅਰ ਐਟ ਅ ਟਾਈਮ ਡਿਊਰਿੰਗ ਦ ਐਮਰਜੈਂਸੀ ਜਾਂ ਕੈਨ ਬੀ ਐਕਸਟੈਂਡਡ ਫॉर 2 ਈਅਰ ਐਟ ਅ ਟਾਈਮ ਡਿਊਰਿੰਗ ਦ ਪ੍ਰੋਕਲੇਮੇਸ਼ਨ ਆਫ ਐਮਰਜੈਂਸੀ। ਆਪਾਂ ਪੜ੍ਹਿਆ ਕੈਨ ਬੀ ਐਕਸਟੈਂਡਡ ਬਾਈ 1 ਈਅਰ ਐਟ ਅ ਟਾਈਮ ਡਿਊਰਿੰਗ ਦ ਪ੍ਰੋਕਲੇਮੇਸ਼ਨ ਆਫ ਐਮਰਜੈਂਸੀ। ਇਹ ਦੇਖੋ ਆਪਾਂ ਪੜ੍ਹਿਆ ਇੱਥੇ देखो 1 ईयर एट ए टाइम फॉर जो एमरजेंसी लगती है, ठीक है। सो ਇਹਦਾ ऑप्शन नंबर की हो जाएगा करैक्ट C हो जाएगा। ये दो मैं ਤੁਹਾਨੂੰ MCQ कराती है बाकी तुसी करने हैं। मैंने कमेंट बॉक्स आंसर करना। वीडियो पसंद है लाइक एंड कमेंट करना। थैंक्स फॉर